ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਬਲਿਹਾਰੀ ਗੁਰ ਆਪਣੈ, ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਜੁਗ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹਾਂ। ਗੁਰਸੰਗਤ ਰੂਪ ਚ ਗੁਰੂ ਕੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ ਔਰ ਸਤਿਗੁਰਾਂ ਦੇ ਪਾਵਨ ਬਚਨਾਂ ਮੁਤਾਬਕ ਗੁਰਦੁਆਰਾ ਹਰ ਕੀਰਤਨ ਸੁਣੀਐ। ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਕਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਾ ਦੇਵੈ ਮਾਨਾ ਹੈ। ਗੁਰੂ ਕੇ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਲਲਿਤ ਸਿੰਘ ਜੀ ਔਰ ਉਹਨਾਂ ਦੇ ਸਾਥੀਆਂ ਪਾਸੋਂ ਪਾਵਨ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਸਮਾਂ ਹੋਇਆ ਹੈ ਕਥਾ ਵਿਚਾਰਾਂ ਦਾ, ਗੁਰਬਾਣੀ ਵਿਚਾਰ ਦਾ। ਪਾਵਨ ਬਾਣੀ ਸੁਖਮਨੀ ਸਾਹਿਬ ਦੀ ਚੱਲ ਰਹੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਮਨ ਕਰਕੇ ਤਨ ਕਰਕੇ ਸਾਵਧਾਨ ਹੋਵੋ। ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਅਦਬ ਸਹਿਤ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਕੀਰਤਨ ਸਾਡੇ ਮਨ ਨੂੰ ਇਕਾਗਰਤਾ ਬਖਸ਼ਦਾ ਹੈ, ਇਕਾਗਰ ਕਰਦਾ ਹੈ ਔਰ ਗੁਰਬਾਣੀ ਵਿਚਾਰ ਉਸ ਇਕਾਗਰ ਹੋਏ ਮਨ 'ਚ ਬੀਜ ਦੀ ਤਰ੍ਹਾਂ ਹੈ। ਜਿਵੇਂ ਬੀਜ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ, ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਜ਼ਿਮੀਂਦਾਰ, ਔਰ ਜਦੋਂ ਖੇਤ ਤਿਆਰ ਹੁੰਦਾ ਹੈ, ਬਿਜਾਈ ਦੇ ਯੋਗ ਹੁੰਦਾ ਹੈ, ਫਿਰ ਉਹਦੇ 'ਚ ਬੀਜ ਪਾ ਕੇ ਫਸਲ ਬੀਜੀ ਜਾਂਦੀ ਹੈ। ਜਦੋਂ ਆਪਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਉਦਾਸੀਆਂ ਪ੍ਰਚਾਰ ਫੇਰੀਆਂ ਦੇ ਇਤਿਹਾਸ ਨੂੰ ਪੜ੍ਹੀਏ ਤੇ ਜਿੱਥੇ ਵੀ ਗੁਰੂ ਨਾਨਕ ਮਹਾਰਾਜ ਬਾਬਾ ਜੀ ਜਾਂਦੇ ਸਨ, ਸਭ ਤੋਂ ਪਹਿਲਾਂ ਕੀਰਤਨ ਕਰਦੇ ਸਨ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਈ ਮਰਦਾਨੇ ਨੇ ਰਬਾਬ ਵਜਾਉਣੀ। ਔਰ ਵੇਖੋ, ਰਬਾਬ ਇੱਕ ਐਸਾ ਸਾਜ਼ ਹੈ, ਵੈਸੇ ਜਿੰਨੇ ਵੀ ਬਾਕੀ ਅਜੋਕੇ ਸਮੇਂ ਦੇ ਸਾਜ਼ ਹਨ, ਉਹਨਾਂ ਦੇ ਨਾਲ ਤਬਲੇ ਦੀ, ਢੋਲਕੀ ਦੀ ਜ਼ਰੂਰਤ ਹੁੰਦੀ ਹੈ, ਤਾਂ ਤਾਲਮੇਲ ਬਣਦਾ ਹੈ, ਰਸ ਵਾਲਾ ਮਾਹੌਲ ਬਣਦਾ ਹੈ। ਪਰ ਰਬਾਬ ਇੱਕ ਐਸਾ ਸਾਜ਼ ਹੈ ਜੋ ਤਬਲੇ, ਢੋਲਕੀ ਤੋਂ ਬਿਨਾਂ ਵੀ ਵਜਾਇਆ ਜਾ ਸਕਦਾ ਹੈ ਔਰ ਰਸ ਬਣਦਾ ਹੈ। ਭਾਈ ਮਰਦਾਨੇ ਨੇ ਰਬਾਬ ਵਜਾਉਣੀ। ਗੁਰੂ ਨਾਨਕ ਮਹਾਰਾਜ ਜੀ ਨੇ ਰੱਬੀ ਬਾਣੀ ਦਾ ਕੀਰਤਨ ਕਰਨਾ। ਐਨ ਆਨੰਦਮਈ ਸੱਚਖੰਡੀ ਮਾਹੌਲ ਬਣਨਾ।
ਜਿਹਦੇ ਜਿਹਦੇ ਵੀ ਕੰਨਾਂ ਤੱਕ ਉਹ ਬਾਣੀ ਦੀ ਧੁਨ, ਬਾਣੀ ਦੀ ਆਵਾਜ਼, ਬਾਣੀ ਦੇ ਬੋਲ ਜਾਂਦੇ ਸਨ, ਉਹ ਰੁਕ ਜਾਂਦਾ ਸੀ। ਗੁਰੂ ਕੀ ਸ਼ਰਨ ਦੇ ਵਿੱਚ ਸੰਗਤ 'ਚ ਆਏ ਤੋਂ ਬਿਨਾਂ ਰਹਿ ਨਹੀਂ ਸੀ ਪਾਉਂਦਾ। ਜਿਵੇਂ ਫੁੱਲ ਖਿੜਦਾ ਹੈ ਤੇ ਸਿਆਣੇ ਖੋਜੀ ਪੁਰਖ ਗਿਆਨੀ ਕਹਿੰਦੇ ਹਨ ਕਿ ਕਮਲ ਦਾ ਫੁੱਲ ਜਦੋਂ ਖਿੜਦਾ ਹੈ ਨਾ, ਉਹਦੀ ਸੁਗੰਧੀ ਦੀ ਇੱਕ ਕਸ਼ਿਸ਼ ਹੈ। ਉਸ ਕਸ਼ਿਸ਼ ਨੂੰ ਭੌਰਾ ਮਹਿਸੂਸ ਕਰਦਾ ਹੈ। ਤੇ ਉਹ ਕਹਿੰਦੇ ਹਨ ਕਿ ਕਮਲ ਦੇ ਫੁੱਲ ਤੋਂ ਭਾਵੇਂ 2-3 ਕੋਹ ਦੀ ਦੂਰੀ ਤੇ ਵੀ ਭੌਰਾ ਹੋਵੇ ਨਾ, ਉਹ ਉੱਥੋਂ ਵੀ ਕਮਲ ਦੇ ਫੁੱਲ ਦੀ ਕਸ਼ਿਸ਼ ਨੂੰ, ਸੁਗੰਧੀ ਨੂੰ ਮਹਿਸੂਸ ਕਰਕੇ ਕਮਲ ਦੇ ਫੁੱਲ ਤੱਕ ਪਹੁੰਚ ਜਾਂਦਾ ਹੈ। ਰਹਿ ਹੀ ਨਹੀਂ ਪਾਉਂਦਾ ਹੈ ਕਮਲ ਦੇ ਫੁੱਲ ਤੇ ਕੋਲ ਪਹੁੰਚਣ ਤੋਂ ਬਿਨਾਂ। ਜਿਵੇਂ ਦੀਵਾ ਜਗਦਾ ਹੈ, ਬਾਣੀ 'ਚ ਸਤਿਗੁਰੂ ਨੇ ਦੀਵੇ ਦੀਆਂ, ਪਤੰਗੇ ਦੀਆਂ, ਭੌਰੇ ਦੀਆਂ ਬੜੀਆਂ ਉਦਾਹਰਣਾਂ ਦਿੱਤੀਆਂ ਨੇ ਕਿ ਦੀਵਾ ਜਗਦਾ ਹੈ, ਪਤੰਗਾ ਰਹਿ ਹੀ ਨਹੀਂ ਪਾਉਂਦਾ ਹੈ ਦੀਵੇ ਦੀ ਲਾਟ ਦੇ ਕੋਲ ਆਉਣ ਤੋਂ ਬਿਨਾਂ। ਭਾਵੇਂ ਉਹ ਉਸ ਲਾਟ ਤੇ ਆ ਕੇ ਸੜ ਕੇ ਮਰ ਵੀ ਜਾਂਦਾ ਹੈ, ਪਰ ਫਿਰ ਵੀ ਉਹਦੇ ਕੋਲ ਰਿਹਾ ਨਹੀਂ ਜਾਂਦਾ ਹੈ ਦੀਵੇ ਦੀ ਲਾਟ, ਦੀਵੇ ਦੇ ਕੋਲ ਆਉਣ ਤੋਂ ਬਿਨਾਂ। ਇਸੇ ਤਰ੍ਹਾਂ ਦੀ ਕਸ਼ਿਸ਼ ਹੁੰਦੀ ਸੀ ਗੁਰੂ ਨਾਨਕ ਜੀ ਨੇ ਕੀਰਤਨ ਜਦੋਂ ਕਰਨਾ। ਜਿਹਦੇ ਜਿਹਦੇ ਕੰਨਾਂ ਤੱਕ ਬੋਲ ਜਾਂਦੇ ਸਨ, ਉਹ ਗੁਰੂ ਕੀ ਹਜ਼ੂਰੀ 'ਚ, ਸ਼ਰਨ 'ਚ, ਸੰਗਤ 'ਚ ਪਹੁੰਚ ਜਾਂਦਾ ਸੀ। ਕੀਰਤਨ ਸੁਣਨਾ, ਇਕਾਗਰਤਾ ਬਣਨੀ। ਜਦੋਂ ਐਨ ਇਕਾਗਰਮਈ ਮਾਹੌਲ ਬਣ ਜਾਣਾ, ਸਰੋਤਿਆਂ ਨੇ, ਸੰਗਤਾਂ ਨੇ ਜੁੜ ਜਾਣਾ, ਉਦੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਵਖਿਆਨ ਰੂਪੀ ਬੀਜ ਉਹਨਾਂ ਦੇ ਮਨਾਂ 'ਚ ਬੀਜਦੇ ਸਨ। ਗੁਰਬਾਣੀ, ਗੁਰਮਤਿ, ਗੁਰਸਿੱਖੀ ਦਾ ਉਪਦੇਸ਼ ਦਿੰਦੇ ਸਨ। ਤੇ ਫਿਰ ਜਿੰਨੇ ਜਿੰਨੇ ਇੱਕ ਤੇ ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ, ਗੁਰੂ ਕੇ ਬੋਲਾਂ ਨੂੰ ਸੁਣਨਾ, ਗੁਰੂ ਮਹਾਰਾਜ ਜੀ ਦੇ ਨਾਲ ਬਾਣੀ ਨੂੰ ਪੜ੍ਹਨਾ, ਤੇ ਬੜਾ ਗਹਿਰਾ ਪ੍ਰਭਾਵ ਉਹਨਾਂ ਦੇ ਮਨ ਤੇ ਪੈਂਦਾ ਸੀ। ਇਸੇ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਸੋ ਕਥਾ ਵਿਚਾਰ ਦੇ ਨਾਲ ਜਦੋਂ ਆਪਾਂ ਜੁੜਨਾ ਹੋਵੇ, ਇਹ ਜ਼ਰੂਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਦੋਂ ਪਹਿਲਾਂ ਜੋ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਆਪਾਂ ਕੁਝ ਸਮਾਂ ਕੀਰਤਨ 'ਚ ਆ ਕੇ ਜ਼ਰੂਰ ਬੈਠੀਏ, ਤਾਂ ਕਿ ਸਾਡਾ ਮਨ ਉਸ ਮਾਹੌਲ, ਉਸ ਇਕਾਗਰਤਾ ਤੱਕ ਪਹੁੰਚੇ ਜਿੱਥੇ ਆਪਾਂ ਸ਼ਬਦ ਦੀ, ਬਾਣੀ ਦੀ ਵਿਚਾਰ ਦੇ ਨਾਲ ਉਸ ਤਿਆਰ ਹੋਏ ਮਨ 'ਚ ਗੁਰੂ ਕੇ ਉਪਦੇਸ਼ ਦਾ ਬੀਜ ਬੀਜ ਸਕੀਏ। ਪਾਵਨ ਬਾਣੀ ਸੁਖਮਨੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ, ਚੌਥੀ ਅਸ਼ਟਪਦੀ ਦੀਆਂ। ਪਿਛਲੇ ਦੀਵਾਨਾਂ 'ਚ ਲਗਾਤਾਰ ਆਪ ਜੀ ਨੇ ਵਿਚਾਰਾਂ ਸ਼ਰਵਣ ਕੀਤੀਆਂ ਹਨ, ਔਰ ਇਸ ਅਸ਼ਟਪਦੀ ਦੇ ਪਹਿਲੇ 5 ਬੰਦਾਂ ਪਦਿਆਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ। ਅੱਗੇ ਸਤਿਗੁਰੂ 6ਵੇਂ ਪਦੇ 'ਚ ਫਰਮਾਨ ਕਰਦੇ ਹਨ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਮਹਾਰਾਜ ਕਹਿੰਦੇ ਜਿਹੜਾ ਮਨੁੱਖ ਦੀ ਸਾਡੀ ਬਿਰਤੀ ਕੀ ਬਣੀ ਪਈ ਹੈ। ਪੂਰੀ ਅਸ਼ਟਪਦੀ 'ਚ ਹੀ ਵੈਸੇ ਤੇ ਸਤਿਗੁਰੂ ਨੇ ਗੱਲ ਵਾਰ-ਵਾਰ ਇਹ ਰਿਪੀਟ ਕਰਕੇ ਇੱਕ ਸ਼ੀਸ਼ਾ ਸਾਨੂੰ ਵਿਖਾਇਆ। ਸਾਨੂੰ ਇੱਧਰ ਉੱਧਰ ਭੁੱਲਿਆਂ ਭਟਕਿਆਂ ਹੋਇਆਂ ਨੂੰ ਗੁਰੂ ਨੇ ਰਾਹੇ ਪਾਉਣ ਦੀ ਇੱਕ ਕੋਸ਼ਿਸ਼ ਕੀਤੀ, ਸਾਨੂੰ ਉਪਦੇਸ਼ ਦੇ ਕੇ ਵੀ, ਤੇ ਨਾਲ ਦੀ ਨਾਲ ਸਾਡੇ ਵਾਲੇ ਪਾਸਿਓਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਵੀ ਗੁਰੂ ਮਹਾਰਾਜ ਨੇ ਕੀਤੀ ਕਿ ਮਾਲਕ ਜੀ ਇਹ ਵੀ ਯਤਨ ਕਰੇ, ਤੁਸੀਂ ਵੀ ਰਹਿਮਤ ਕਰੋ, ਤੇ ਫਿਰ ਸਾਰੇ ਦੇ ਸਾਰੇ ਕਾਰਜ ਸਵਰ ਸਕਦੇ ਨੇ। ਮਹਾਰਾਜ ਕਹਿੰਦੇ ਸਾਡੀ ਹਾਲਤ ਕੀ ਬਣੀ ਹੈ ਜੀਵਾਂ ਦੀ, ਸੰਗ ਸਹਾਈ ਸੋ ਆਵੈ ਨਾ ਚੀਤ। ਜਿਹੜਾ ਪਰਮੇਸ਼ਰ ਹਮੇਸ਼ਾ ਹੀ ਸਾਡੇ ਅੰਗ ਸੰਗ ਸਾਡੇ ਨਾਲ ਹੈ, ਔਰ ਜਿਹੜਾ ਵਾਹਿਗੁਰੂ ਹਮੇਸ਼ਾ ਹੀ ਸਾਡੀ ਸਹਾਇਤਾ ਕਰਨ ਵਾਲਾ, ਹਰ ਜਗ੍ਹਾ ਤੇ ਸਹਾਈ ਹੋਣ ਵਾਲਾ ਹੈ। ਮਹਾਰਾਜ ਕਹਿੰਦੇ ਉਹਨੂੰ ਅਸੀਂ ਭੁਲਾਇਆ ਪਿਆ ਹੈ। ਅਗਿਆਨਤਾ ਕਰਕੇ ਕਹਿ ਲਓ, ਜਾਂ ਅੱਗੇ ਚੱਲ ਕੇ ਗੁਰੂ ਮਹਾਰਾਜ ਕਹਿੰਦੇ ਵਿਕਾਰਾਂ ਦੇ ਬਹੁਤ ਗਹਿਰੇ ਪ੍ਰਭਾਵ ਕਰਕੇ ਇਹਨੂੰ ਪਰਮੇਸ਼ਰ ਭੁੱਲ ਗਿਆ ਹੈ। ਇਹਨੂੰ ਉਹ ਪਿਤਾ ਮਾਤਾ ਪਰਮਾਤਮਾ ਭੁੱਲ ਗਿਆ ਹੈ, ਜਿਹਦੇ ਬਾਰੇ ਮਹਾਰਾਜ ਕਹਿੰਦੇ ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਓ।
ਉਹ ਜਿਹੜਾ ਸਭ ਥਾਵਾਂ ਦਾ ਰਾਖਾ ਸੀ, ਹਰ ਜਗ੍ਹਾ ਤੇ ਸਹਾਈ ਹੋਣ ਵਾਲਾ। ਪਿੱਛੇ ਵੀ ਮਹਾਰਾਜ ਨੇ ਇਹ ਸਮਝਾਇਆ ਕਿ ਵੇਖ, ਮਾਤਾ ਦੇ ਉਦਰ ਅੰਦਰ ਵੀ ਤੇਰੀ ਸਹਾਇਤਾ ਕੀਤੀ, ਜੀਵਨ ਅੰਦਰ ਵੀ ਉਹਨੇ ਇਦਾਂ ਦਾ ਮਾਹੌਲ ਤੇਰੇ ਲਈ ਬਣਾਇਆ ਕਿ ਤੂੰ ਸੁੱਖ ਸਹਿਤ ਜੀਵਨ ਮਾਣ ਸਕਦਾ ਹੈ। ਤੇਰੇ ਬਚਪਨ, ਜਵਾਨੀ, ਬੁਢਾਪੇ ਦਾ ਪ੍ਰਬੰਧ ਕੀਤਾ, ਤੈਨੂੰ ਖਾਣ ਦੇ ਲਈ ਭੋਜਨ, ਪਹਿਨਣ ਦੇ ਲਈ ਕੱਪੜੇ, ਹਵਾ, ਅੱਗ, ਹਰ ਚੀਜ਼ ਉਸ ਵਾਹਿਗੁਰੂ ਨੇ ਤੈਨੂੰ ਬਖਸ਼ੀ ਹੈ। ਪਰ ਮਹਾਰਾਜ ਕਹਿੰਦੇ ਜੀਵ ਉਸੇ ਨੂੰ ਭੁਲਾ ਕੇ ਬੈਠਾ ਹੈ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਮਹਾਰਾਜ ਕਹਿੰਦੇ ਇਹਦੀ ਪ੍ਰੀਤ ਕਿਹਦੇ ਨਾਲ ਹੈ? ਜੋ ਇਹਦੇ ਅਸਲ ਦੇ ਵਿੱਚ ਵੈਰੀ ਹਨ। ਵੈਰੀ ਕੌਣ ਹਨ? ਸਾਡੇ ਬੁਰਾਈਆਂ, ਅਵਗਣ ਔਰ ਵਿਕਾਰ, ਈਰਖਾ, ਨਿੰਦਿਆ, ਚੁਗਲੀ, ਇਹ ਜਿਹੜੇ ਮਨੁੱਖ ਦੇ ਵੈਰੀ ਜੋ ਸਾਨੂੰ ਅਧਿਆਤਮਕ ਰਸਤੇ ਤੋਂ ਰੋਕਣ ਵਾਲੇ, ਬਲਕਿ ਜੋ ਸਾਡੀ ਕਮਾਈ ਤੇ ਮਿੱਟੀ ਫੇਰ ਦੇਣ ਵਾਲੇ ਹਨ, ਉਹਦੇ ਨਾਲ ਸਾਡੀ ਪ੍ਰੀਤ ਹੈ। ਔਰ ਵਾਰ-ਵਾਰ ਸਾਡਾ ਸੁਭਾਅ ਹੈ ਕਿ ਅਸੀਂ ਫਿਸਲ ਕੇ ਉਸੇ ਪਾਸੇ ਜਾਂਦੇ ਹਾਂ। ਇਹ ਬੁਰਾਈਆਂ, ਨਿੰਦਿਆ, ਚੁਗਲੀ, ਈਰਖਾ, ਦਵੈਸ਼, ਕਾਮ, ਕ੍ਰੋਧ ਅਸਲ 'ਚ ਸਾਡੇ ਵੈਰੀ ਹਨ। ਜਿਵੇਂ ਆਪਾਂ ਹੁਣੇ ਫਸਲ ਦੀ ਗੱਲ ਕੀਤੀ ਸੀ ਨਾ, ਜ਼ਿਮੀਦਾਰ ਜ਼ਮੀਨ ਤਿਆਰ ਕਰਕੇ ਉਹਦੇ 'ਚ ਬੀਜ ਬੀਜਦਾ, ਫਸਲ ਹੁੰਦੀ ਹੈ, ਤੇ ਉਹ ਫਸਲ ਦੇ ਵਿੱਚ ਜਿਹੜਾ ਘਾਹ ਫੂਸ, ਨਦੀਨ ਆਦਿਕ ਉੱਗ ਜਾਂਦਾ ਹੈ, ਉਹ ਫਸਲ ਦਾ ਵੈਰੀ ਹੁੰਦਾ ਹੈ। ਉਹ ਫਸਲ ਨੂੰ ਬਰਬਾਦ ਕਰਦਾ, ਫਸਲ ਦੇ ਝਾੜ ਨੂੰ ਘਟਾਉਂਦਾ ਹੈ। ਕਈ ਵਾਰ ਉਹ ਘਾਹ ਫੂਸ ਇੰਨਾ ਵੱਧ ਜਾਂਦਾ ਕਿ ਫਸਲ ਹੀ ਤਬਾਹ ਹੋ ਜਾਂਦੀ ਹੈ। ਇਸੇ ਤਰ੍ਹਾਂ ਵੇਖੋ ਹੁੰਦਾ ਕੀ ਹੈ, ਅਸੀਂ ਮਨ ਰੂਪੀ ਖੇਤ ਅੰਦਰ ਕਈ ਵਾਰ ਗੁਰੂ ਦੇ ਸ਼ਬਦ ਦਾ, ਬਾਣੀ ਦਾ, ਨਾਮ ਦਾ ਬੀਜ ਤਾਂ ਬੀਜਦੇ ਹਾਂ, ਪਰ ਦੂਜੇ ਪਾਸੇ ਈਰਖਾ, ਨਿੰਦਿਆ, ਚੁਗਲੀ, ਹੋਰ ਤਰ੍ਹਾਂ ਦੇ ਅਵਗਣ, ਵਿਕਾਰ, ਉਹ ਵੀ ਨਹੀਂ ਛੱਡਦੇ ਹਾਂ। ਉਹ ਵੀ ਸਾਡੇ ਮਨ ਅੰਦਰ ਉੱਗ ਪੈਂਦੇ ਹਨ। ਤੇ ਉਹ ਹੁਣ ਕਿਹਦਾ ਜ਼ਿਆਦਾ ਪ੍ਰਭਾਵ ਤੇ ਅਸਰ ਸਾਡੇ ਮਨ ਤੇ, ਸਾਡੇ ਜੀਵਨ ਤੇ ਪੈਂਦਾ? ਸਾਡੀ ਕਮਾਈ ਤੇ ਪੈਂਦਾ ਹੈ। ਇੱਕ ਪਾਸੇ ਆਪਾਂ ਐਗਜ਼ਾਮਪਲ ਦੇ ਤੌਰ ਤੇ ਲਈਏ, ਆਪਾਂ ਗੁਰੂ ਕੇ ਦਰਬਾਰ 'ਚ ਬੈਠੇ ਹਾਂ, ਕੀਰਤਨ ਆਪ ਜੀ ਨੇ ਸੁਣਿਆ ਹੈ, ਕਥਾ ਸੁਣ ਰਹੇ ਹੋ, ਸਤਿਗੁਰਾਂ ਦੇ ਚਰਨਾਂ 'ਚ ਆਪਾਂ ਅਰਦਾਸ ਵੀ ਕਰਨੀ ਹੈ, ਮੁੱਖ ਵਾਕ ਵੀ ਹੋਣੇ ਨੇ, ਬੈਠੇ ਨਾਮ ਬਾਣੀ ਦੀਆਂ, ਗੁਰੂ ਦੇ ਉਪਦੇਸ਼ ਦੀਆਂ ਬਾਤਾਂ ਆਪਾਂ ਸੁਣੀਆਂ। ਇਦੋਂ ਬਾਅਦ ਜੇ ਆਪਾਂ ਇੱਥੋਂ ਥੱਲੇ ਉਤਰੇ, ਥੱਲੇ ਜਾ ਕੇ ਗੈਲਰੀ 'ਚ ਬਾਹਰ ਗੇਟ ਤੇ ਆਪਾਂ ਨਿੰਦਿਆ, ਚੁਗਲੀ, ਦੂਜਿਆਂ ਬਾਰੇ ਬੁਰਾ ਕਹਿਣਾ ਸ਼ੁਰੂ ਕਰ ਦਿੱਤਾ। ਚੰਗਾ ਵੀ ਬੀਜਿਆ ਹੈ, ਨਾਲ ਦੀ ਨਾਲ ਨਿੰਦਿਆ, ਚੁਗਲੀ, ਬੁਰਾਈਆਂ ਉਹ ਵੀ ਆਪਾਂ ਘੰਟਿਆਂ ਬੱਧੀ ਨਾਲ ਦੀ ਨਾਲ ਕਰਦੇ ਰਹੇ। ਹੁਣ ਸਾਡੇ ਜੀਵਨ ਤੇ ਅਸਰ ਕਿਹੜੀ ਚੀਜ਼ ਦਾ ਜ਼ਿਆਦਾ ਬਣੇਗਾ? ਇੱਥੇ ਸੁਣੇ ਹੋਏ ਕੀਰਤਨ ਪਾਠ ਦਾ ਕਿ ਥੱਲੇ ਕੀਤੀ ਹੋਈ ਚੁਗਲੀ ਦਾ? ਇਹਦਾ ਫਿਰ ਆਪਾਂ ਗੁਰੂ ਕੀ ਬਾਣੀ ਚੋਂ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਚੋਂ ਉੱਤਰ ਲੱਭਣ ਦਾ ਯਤਨ ਕਰੀਏ ਨਾ, ਤੇ ਸਤਿਗੁਰੂ ਜੀ ਦਾ ਇੱਕ ਬੜਾ ਪਿਆਰਾ ਬਚਨ ਜੀ, ਮਹਾਰਾਜ ਕਹਿੰਦੇ, ਬਿਖ ਮੈਂ ਅੰਮ੍ਰਿਤ ਸੰਚੀ ਹੈ। ਜ਼ਹਿਰ ਦੇ ਵਿੱਚ ਜੇ ਅੰਮ੍ਰਿਤ ਨੂੰ ਸੰਚਿਆ ਜਾਏ, ਇੱਕ ਪਾਸੇ ਜ਼ਹਿਰ ਹੈ, ਵਿੱਚ ਅੰਮ੍ਰਿਤ ਮਿਲਾ ਦਈਏ, ਜਾਂ ਅੰਮ੍ਰਿਤ ਹੈ ਵਿੱਚ ਜ਼ਹਿਰ ਮਿਲਾ ਦਈਏ, ਬੰਦਾ ਉਹ ਅੰਮ੍ਰਿਤ ਤੇ ਜ਼ਹਿਰ ਰਲਿਆ ਹੈ ਇੱਕੋ ਭਾਂਡੇ ਦੇ ਵਿੱਚ, ਉਹਨੂੰ ਪੀਵੇ, ਅਸਰ ਕਿਹਦਾ ਹੋਏਗਾ? ਗੁਰੂ ਮਹਾਰਾਜ ਨੇ ਬਾਣੀ 'ਚ ਦੱਸਿਆ ਇਹੀ ਗੱਲ। ਇੱਥੇ ਆਪਾਂ ਅੰਮ੍ਰਿਤ ਸੰਚ ਰਹੇ ਹਾਂ, ਜੋ ਕਥਾ, ਕੀਰਤਨ, ਪਾਠ, ਗੁਰਬਾਣੀ ਸੁਣ ਰਹੇ, ਇਹ ਅੰਮ੍ਰਿਤ ਸੰਚਿਆ ਜਾ ਰਿਹਾ ਹੈ, ਅੰਮ੍ਰਿਤ ਦੇ ਅਸੀਂ ਪਿਆਲੇ ਪੀ ਰਹੇ ਹਾਂ। ਪਰ ਜਦੋਂ ਆਪਾਂ ਇੱਥੋਂ ਹੇਠਾਂ ਉਤਰ ਕੇ ਨਿੰਦਿਆ, ਚੁਗਲੀ, ਈਰਖਾ, ਦਵੈਸ਼, ਇਹ ਜ਼ਹਿਰ ਪੀਣਾ ਹੈ, ਉਹ ਦੋਵੇਂ ਚੀਜ਼ਾਂ ਸਾਡੇ ਅੰਦਰ ਗਈਆਂ। ਹੁਣ ਅਸਰ ਕਿਹੜੀ ਚੀਜ਼ ਦਾ ਹੋਏਗਾ? ਪਹਿਲਾਂ ਅਸਰ ਕਿਹੜੀ ਚੀਜ਼ ਦਾ ਹੋਏਗਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਬਿਖ ਮੈਂ ਅੰਮ੍ਰਿਤ ਸੰਚੀਐ, ਬਿਖ ਕਾ ਫਲ ਪਾਈ। ਜ਼ਹਿਰ ਦਾ ਅਸਰ ਹੋਏਗਾ। ਜੇ ਆਪਾਂ ਇੱਕ ਪਾਸੇ ਅੰਮ੍ਰਿਤ, ਇੱਕ ਪਾਸੇ ਜ਼ਹਿਰ ਸੰਚਦੇ ਪਏ ਹਾਂ, ਸੋ ਇਹ ਸੁਚੇਤ ਹੋ ਕੇ ਚੱਲਣਾ। ਜੇ ਜੀਵਨ ਨੂੰ ਬਚਾਉਣਾ ਹੈ, ਫਿਰ ਜ਼ਹਿਰ ਵਾਲੇ ਪਾਸਿਓਂ ਆਪਣੇ ਆਪ ਨੂੰ ਬਚਾ ਕੇ ਤੇ ਨਿਰੋਲ ਅੰਮ੍ਰਿਤ ਨੂੰ ਆਪਣੇ ਅੰਦਰ ਸੰਚਣਾ ਹੈ, ਤਾਂ ਸਾਡੇ ਜੀਵਨ ਦੀ ਅਵਸਥਾ ਉੱਚੀ ਹੋ ਸਕਦੀ ਹੈ, ਸਾਡੀ ਭਾਈਚਾਰਕ ਸਾਂਝ ਬਣ ਸਕਦੀ ਹੈ, ਸਾਡੇ ਘਰਾਂ 'ਚ, ਪਰਿਵਾਰਾਂ 'ਚ, ਸਾਡੇ ਸਮਾਜ ਸੁੱਖ ਬਣ ਸਕਦਾ ਹੈ।
ਪਰ ਮਹਾਰਾਜ ਕਹਿੰਦੇ ਸਾਡੀ ਹਾਲਤ ਕੀ ਬਣੀ ਪਈ ਹੈ, ਜੋ ਛੱਡਣਾ ਚਾਹੀਦਾ ਸੀ ਉਹਦੀ ਅਸੀਂ ਪਕੜ ਬੜੀ ਬਣਾਈ ਹੈ, ਤੇ ਜੋ ਪਕੜਨਾ ਚਾਹੀਦਾ ਸੀ ਉਹ ਆਪਾਂ ਛੱਡਿਆ ਪਿਆ ਹੈ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਜੋ ਸਾਡੇ ਜੀਵਨ ਦੇ ਵੈਰੀ ਹਨ, ਜ਼ਹਿਰ ਰੂਪ ਵਿਕਾਰ ਬੁਰਾਈਆਂ, ਤਾਂ ਸਿਉ ਪ੍ਰੀਤ, ਉਹਦੇ ਨਾਲ ਸਾਡੀ ਬੜੀ ਪ੍ਰੀਤ, ਸਾਡੀ ਬੜੀ ਸਾਂਝ ਹੈ। ਇਹ ਸਾਡੇ ਜੀਵਨ ਦੀ ਘਾਟ ਹੈ। ਇਹੀ ਆਪਣਾ ਮੂਲ ਪਛਾਣ, ਇਹੀ ਬੰਦੇ ਖੋਜ ਦਿਲ ਹਰ, ਇਹੀ ਚੀਜ਼ ਆਪਾਂ ਵੇਖੋ ਸੰਗਤ ਦੇ ਵਿੱਚ ਆ ਕੇ ਸਮਝਣੀ ਹੈ ਕਿ ਜੀਵਨ 'ਚ ਘਾਟ ਕਿਹੜੀ ਹੈ। ਅੱਗੇ ਮਹਾਰਾਜ ਕਹਿੰਦੇ ਹਾਲਤ ਕੀ ਹੈ ਸਾਡੀ, ਬਲੂਆ ਕੇ ਗ੍ਰਹਿ ਭੀਤਰ ਬਸੈ। ਅਸੀਂ ਵਸਦੇ ਕਿੱਥੇ ਹਾਂ, ਰਹਿੰਦੇ ਅਸੀਂ ਕਿੱਥੇ ਹਾਂ। ਇੱਕ ਵੇਖੋ ਆ ਸਾਡਾ ਬਾਹਰ ਦਾ ਪੰਜ ਭੂਤਕ ਸਰੀਰ ਹੈ। ਬੰਦਾ ਕਹਿੰਦਾ ਇਹ ਮੇਰਾ ਸਰੀਰ ਹੈ, ਮੇਰੀਆਂ ਅੱਖਾਂ ਹਨ, ਮੇਰੇ ਕੰਨ, ਮੇਰੇ ਹੱਥ। ਹੁਣ ਮਹਾਰਾਜ ਕਹਿੰਦੇ ਇਹਦਾ ਮਤਲਬ ਉਹ ਅੰਦਰ ਦਾ ਮਾਲਕ ਕੋਈ ਹੋਰ ਹੈ, ਜਿਹੜਾ ਆ ਬਾਹਰ ਦੀਆਂ ਚੀਜ਼ਾਂ ਦੀ ਦਾਅਵੇਦਾਰੀ ਕਰਕੇ ਕਹਿੰਦਾ ਹੈ ਕਿ ਇਹ ਚੀਜ਼ਾਂ ਮੇਰੀਆਂ ਹਨ। ਜਿਵੇਂ ਅਸੀਂ ਬਾਹਰੋਂ ਘਰ 'ਚ ਰਹਿੰਦੇ ਹਾਂ, ਕਹਿੰਦੇ ਹਾਂ ਇਹ ਮੇਰਾ ਘਰ ਹੈ। ਘਰ ਦਾ ਮਾਲਕ ਹੋਰ, ਘਰ ਹੋਰ। ਇਸੇ ਤਰ੍ਹਾਂ ਸਰੀਰ ਦਾ ਮਾਲਕ ਅਸਲ 'ਚ ਕੋਈ ਹੋਰ ਹੈ, ਜੋ ਇਹ ਦਾਅਵਾ ਕਰਦਾ ਹੈ ਇਹ ਮੇਰਾ ਸਰੀਰ ਹੈ। ਉਹ ਅੰਦਰ ਦੀ ਰੂਹ, ਅੰਦਰ ਦੀ ਆਤਮਾ, ਜੋ ਅਸਲੀ ਅਸੀਂ ਹਾਂ। ਹੁਣ ਮਹਾਰਾਜ ਕਹਿੰਦੇ ਉਹ ਜਿਹੜੀ ਰੂਹ ਹੈ ਉਹ ਰਹਿੰਦੀ ਕਿੱਥੇ ਹੈ? ਆ ਸਰੀਰ ਰੂਪੀ ਘਰ ਦੇ ਅੰਦਰ ਸਾਡੀ ਆਤਮਾ ਵਸ ਰਹੀ ਹੈ। ਤੇ ਸਰੀਰ ਰੂਪੀ ਘਰ ਕਾਹਦਾ ਹੈ? ਮਹਾਰਾਜ ਕਹਿੰਦੇ ਬਲੂਆ ਕੇ ਗ੍ਰਹਿ ਭੀਤਰ ਬਸੇ। ਬਲੂਆ, ਬਾਲੂ, ਬਾਲੂ ਮਤਲਬ ਹੈ ਰੇਤ। ਮਹਾਰਾਜ ਕਹਿੰਦੇ ਰੇਤ ਦੇ ਘਰ 'ਚ ਅਸੀਂ ਰਹਿੰਦੇ ਹਾਂ। ਇਹ ਜੋ ਸਾਡਾ ਸਰੀਰ ਹੈ, ਜਿਵੇਂ ਬਾਹਰੀ ਤੌਰ ਤੇ ਅਸੀਂ ਇਮਾਰਤਾਂ, ਬਿਲਡਿੰਗਾਂ ਬਣਾਉਂਦੇ ਹਾਂ, ਉਹ ਸੀਮਟ ਤੇ ਰੇਤ ਨੂੰ, ਹੋਰ ਕੈਮੀਕਲ ਹੁੰਦੇ ਹਨ, ਮਿਲਾ ਕੇ ਬਣਾਇਆ ਜਾਂਦਾ ਹੈ ਕਿ ਦੀਵਾਰਾਂ, ਘਰ ਐਨ ਮਜ਼ਬੂਤ ਪੱਕਾ ਹੋਵੇ, ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ। ਪਰ ਜੇ ਇਕੱਲੀ ਰੇਤ ਦੀ ਕੰਧ ਬਣਾਈ ਜਾਏ, ਉਹਦੇ 'ਚ ਸੀਮਟ ਜਾਂ ਹੋਰ ਕੋਈ ਪਕਿਆਈ ਰੱਖਣ ਵਾਲਾ ਕੈਮੀਕਲ ਨਾ ਐਡ ਕੀਤਾ ਜਾਵੇ, ਉਹ ਇਕੱਲੀ ਰੇਤ ਦੀ ਕੰਧ ਥੋੜਾ ਟਿਕੇਗੀ। ਉਹਨੇ ਤੇ ਇਧਰੋਂ ਬਣਾਵਾਂਗੇ ਉਧਰ ਨਾਲੋਂ ਨਾਲ ਢਹਿ ਜਾਣਾ ਹੈ। ਪਾਤਸ਼ਾਹ ਕਹਿੰਦੇ ਤੇਰੇ ਸਰੀਰ ਦੀ ਹਾਲਤ ਵੀ ਅਸਲ 'ਚ ਇਦਾਂ ਹੀ ਹੈ। ਕਾਚੀ ਢਹਿਗ ਦੀਵਾਰ ਕਾਹੇ ਗੱਚ ਲਾਵੋ। ਕਹਿੰਦੇ ਰੇਤ ਦੀ ਦੀਵਾਰ ਕੱਚੀ ਹੈ, ਇਹਨੂੰ ਪਲਸਤਰ ਕੀ ਕਰ ਰਿਹਾ ਹੈ? ਇਹ ਤੇ ਕੰਧ ਹੀ ਢਹਿ ਜਾਣੀ ਹੈ, ਪਲਸਤਰ ਵੀ ਬਰਬਾਦ ਜਾਏਗਾ। ਮਹਾਰਾਜ ਕਹਿੰਦੇ ਬਲੂਆ ਕੇ ਗ੍ਰਹਿ ਭੀਤਰ ਬਸੈ। ਰਹਿੰਦਾ ਤੇ ਬੰਦਾ ਉਸ ਸਰੀਰ ਰੂਪੀ ਘਰ ਅੰਦਰ ਹੈ, ਜਿਹੜਾ ਹੁਣੇ ਹੀ ਮੁੱਕਿਆ, ਤੇ ਮੁੱਕਿਆ ਹੀ ਸਮਝੋ, ਕੋਈ ਪਤਾ ਨਹੀਂ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਕਿਹੜੇ ਵੇਲੇ ਸਾਹ ਰੁਕ ਜਾਣੇ ਨੇ ਕੋਈ ਪਤਾ ਨਹੀਂ। ਕਿਸੇ ਦੇ ਬੋਲਦਿਆਂ ਬੋਲਦਿਆਂ ਰੁਕ ਸਕਦੇ, ਕਿਸੇ ਦੇ ਸੁਣਦਿਆਂ ਆਪਾਂ ਕਹਿੰਦੇ ਹੁਣੇ ਠੀਕ ਸੀ, ਹੁਣੇ ਕੰਮ ਮੁੱਕ ਗਿਆ। ਸੋ ਮਹਾਰਾਜ ਕਹਿੰਦੇ ਹੈ ਜੀਵਨ ਦੀ ਖੇਡ ਰੇਤ ਦੀ ਕੰਧ ਦੀ ਤਰ੍ਹਾਂ ਹੈ, ਪਰ ਆਨੰਦ ਕੇਲ ਮਾਇਆ ਰੰਗ ਰਸੈ। ਜੀਵ ਮਾਇਆ 'ਚ ਫਸ ਕੇ, ਮਾਇਆ ਦੇ ਕੌਤਕਾਂ 'ਚ ਫਸ ਕੇ ਸੱਚ ਨੂੰ ਭੁਲਾਈ ਬੈਂਦਾ ਹੈ ਕਿ ਮੈਂ ਮਰਨ ਵਾਲਾ ਹਾਂ, ਮੇਰਾ ਜੀਵਨ ਸੰਸਾਰ ਪੱਕਾ ਟਿਕਾਣਾ ਨਹੀਂ ਹੈ। ਅੱਗੇ ਗੁਰੂ ਕਹਿੰਦੇ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੈ ਚੀਤ। ਮਨੁੱਖ ਦੇ ਮਨ ਅੰਦਰ ਕੀ ਪ੍ਰਤੀਤ ਕਿਹੜੀ ਹੈ? ਦ੍ਰਿੜ ਕਰ ਮਾਨੈ, ਆਪਣੇ ਆਪ ਨੂੰ ਪੱਕਾ ਸਮਝਦਾ ਹੈ। ਇਹ ਮਨ 'ਚ ਭਰੋਸਾ ਕਿ ਸ਼ਾਇਦ ਮੈਂ ਪੱਕੇ ਰਹਿਣਾ ਹੈ। ਹਾਲਾਂਕਿ ਗੁਰੂ ਮਹਾਰਾਜ ਨੇ ਵੇਖੋ ਬਾਣੀ 'ਚ ਜਾਂ ਰੋਜ਼ ਦਾ ਬਾਹਰ ਦਾ ਸੰਸਾਰਾ ਵਰਤਦਾ ਹੈ, ਸਤਿਗੁਰੂ ਨੇ ਉਹਦੀਆਂ ਵੀ ਉਦਾਹਰਣਾਂ ਦਿੱਤੀਆਂ ਨੇ ਕਿ ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਣ ਸਿਰ ਉੱਪਰ। ਸਾਡੇ ਸੰਗੀ ਸਾਥੀ ਜਾਂਦੇ ਵਾਰੀ ਸਾਡੀ ਵੀ ਆਉਣੀ ਹੈ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ, ਕੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਪਰ ਫਿਰ ਵੀ ਬੰਦਾ ਭਰਮਾਂ ਭੁਲੇਖਿਆਂ 'ਚ ਜਿਉਂਦਾ ਹੈ। ਕਾਲ ਨਾ ਆਵੈ ਮੂੜੈ ਚੀਤ। ਮਹਾਰਾਜ ਕਹਿੰਦੇ ਇਸ ਮੂੜੇ ਅਗਿਆਨੀ ਮੂਰਖ ਬੰਦੇ ਨੂੰ ਮੌਤ ਦਾ ਚੇਤਾ ਹੀ ਕੋਈ ਨਹੀਂ ਆਉਂਦਾ ਹੈ। ਇਹਨਾਂ ਇਹ ਵਿਸ਼ਿਆਂ ਵਿਕਾਰਾਂ 'ਚ ਮਾਇਆ ਮੋਹ 'ਚ ਭਟਕਿਆ ਪਿਆ ਹੈ। ਜੀਵਨ 'ਚ ਭਰਿਆ ਕੀ ਪਿਆ ਹੈ ਸਾਡੇ ਅੰਦਰ? ਬੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਹਾ ਲੋਭ, ਧਰੋਹ। ਕਿਉਂਕਿ ਸਾਡੀਆਂ ਅੱਖਾਂ ਕੇਵਲ ਬਾਹਰ ਨੂੰ ਵੇਖਦੀਆਂ ਹਨ, ਅਸੀਂ ਦੂਜਿਆਂ ਨੂੰ ਵੇਖਦੇ ਹਾਂ।
ਆਪਣੇ ਆਪ ਨੂੰ ਅੰਦਰ ਨੂੰ ਨਹੀਂ ਵੇਖਦੇ ਹਾਂ। ਸਾਡੇ ਅੰਦਰ ਨੂੰ ਗੁਰੂ ਵੇਖਦੇ ਹਨ ਤੇ ਗੁਰੂ ਮਹਾਰਾਜ ਸਾਡੇ ਅੰਦਰ ਨੂੰ ਵੇਖ ਕੇ ਸਾਨੂੰ ਦੱਸਦੇ ਨੇ ਕਿ ਸਾਡੇ ਅੰਦਰ ਕੀ ਭਰਿਆ ਪਿਆ ਹੈ। ਕਾਮ, ਮਹਾਰਾਜ ਕਹਿੰਦੇ ਬੈਰ ਵਿਰੋਧ, ਕਾਮ ਕ੍ਰੋਧ ਮੋਹ। ਬੰਦੇ ਦੇ ਅੰਦਰ ਵੈਰ ਵਾਲੀ ਬਿਰਤੀ, ਵਿਰੋਧ ਦੁਸ਼ਮਣੀ ਵਾਲੀ ਬਿਰਤੀ, ਕਾਮੀ ਬਿਰਤੀ, ਕ੍ਰੋਧੀ ਬਿਰਤੀ, ਮੋਹ ਹੈ। ਝੂਠ ਅੰਦਰ ਐਨ ਨਕਾ ਨਕ ਭਰਿਆ ਪਿਆ ਹੈ। ਵਿਰੋਧਤਾ ਕਰਨ ਵਾਲੀ ਬਿਰਤੀ, ਐਵੇਂ ਹੀ ਮਨ 'ਚ ਈਰਖਾ ਹੈ। ਦੂਜੇ ਦੇ ਗੁਣਾਂ ਦਾ ਵੀ, ਆਪਾਂ ਚੰਗਿਆਈਆਂ ਦਾ ਵੀ ਵਿਰੋਧ ਕਰੀ ਜਾਂਦੇ ਹਾਂ। ਕਿਉਂਕਿ ਦੂਜੇ ਦੇ ਨਾਲ ਈਰਖਾ ਹੈ। ਬਸ ਜਿਹਦੇ ਨਾਲ ਈਰਖਾ ਹੈ ਉਹਦੀ ਵਿਰੋਧਤਾ ਕਰਨੀ ਹੈ। ਇਹ ਬਿਰਤੀ ਮਹਾਰਾਜ ਕਹਿੰਦੇ ਸਾਡੀ ਬਣੀ ਪਈ ਹੈ। ਮਹਾ ਲੋਭ ਧਰੋ, ਅੰਦਰ ਲੋਭੀ ਬਿਰਤੀ ਹੈ, ਅੰਦਰ ਧਰੋ ਵਾਲੀ ਛਲ ਕਪਟ ਵਾਲੀ ਬਿਰਤੀ ਬਣੀ ਪਈ ਹੈ। ਇਹ ਸਾਰੇ ਦੇ ਸਾਰੇ ਅਵਗੁਣ ਸਾਡੇ ਅੰਦਰ ਭਰੇ ਪਏ ਨੇ। ਤੇ ਮਹਾਰਾਜ ਕਹਿੰਦੇ ਇਆਹੂ ਜੁਗਤ ਬਿਹਾਨੇ ਕਈ ਜਨਮ। ਥੋੜੀ ਬਹੁਤੀ ਗੱਲ ਨਹੀਂ ਕਿ ਬਸ ਜੀ ਹੁਣੇ ਕੱਪੜਾ ਮੈਲਾ ਹੋਇਆ ਤੇ ਧੋ ਲਿਆ ਤੇ ਐਨ ਚਿੱਟਾ ਨਿਕਲ ਆਇਆ। ਮਹਾਰਾਜ ਕਹਿੰਦੇ ਇਸ ਮਨ ਰੂਪੀ ਕੱਪੜੇ ਨੂੰ ਮੈਲੇ ਹੋਇਆ ਪਤਾ ਨਹੀਂ ਕਿੰਨੇ ਕੁ ਜਨਮ ਜੀਵਨ, ਕਿੰਨੇ ਸਾਲ ਵਰੇ ਲੰਘ ਚੁੱਕੇ ਹਨ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋ ਵਾਸ਼ਿਆ। ਇਸ ਵੈਰ ਵਿਰੋਧ ਈਰਖਾ ਕਾਮ ਕ੍ਰੋਧ ਦੇ ਵਿੱਚ ਇਆਹੂ ਜੁਗਤ ਬਿਹਾਨੇ ਕਈ ਜਨਮ ਸਾਡੇ ਇਦਾਂ ਹੀ ਲੰਘ ਚੁੱਕੇ ਨੇ। ਤੇ ਅਖੀਰ 'ਚ ਫਿਰ ਮਹਾਰਾਜ ਸਾਡੇ ਵਾਲੇ ਪਾਸਿਓਂ ਇੱਕ ਅਰਦਾਸ ਕਰਦੇ ਹਨ ਕਿ ਨਾਨਕ ਰਾਖ ਲਿਹੋ ਆਪਨ ਕਰ ਕਰਮ। ਹੇ ਵਾਹਿਗੁਰੂ ਜੀ, ਪਹਿਲਾਂ ਤੇ ਗੁਰੂ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਬੰਦਿਆ ਤੇਰੀ ਆ ਹਾਲਤ ਬਣੀ ਪਈ ਹੈ। ਜੇ ਇਦਾਂ ਦਾ ਰਵੇਂਗਾ ਤੇ ਅੱਗੇ ਵੀ ਬੜੇ ਜਨਮ ਜੀਵਨ ਡੁੱਬਦਾ ਆਇਆ ਤੇ ਆਉਣ ਵਾਲੇ ਸਮੇਂ 'ਚ ਵੀ ਡੁੱਬਦਾ ਰਹੇਗਾ। ਆਪਣੇ ਆਪ ਨੂੰ ਬਚਾਉਣ ਦਾ ਆਪ ਯਤਨ ਕਰ। ਦੂਜੇ ਨੰਬਰ ਤੇ ਵਾਹਿਗੁਰੂ ਅੱਗੇ ਵੀ ਅਰਦਾਸ ਕੇ ਦਾਤਾ ਜੀ ਤੁਸੀਂ ਵੀ ਰਹਿਮਤ ਕਰੋ, ਬਖਸ਼ਿਸ਼ ਕਰੋ, ਇਹ ਬੰਦਾ ਅੱਗੇ ਚੰਗਿਆਈਆਂ ਵਾਲੇ ਪਾਸੇ ਵੱਧ ਸਕੇ। ਨਾਨਕ ਰਾਖ ਲਿਹੋ ਆਪਨ ਕਰ ਕਰਮ। ਹੇ ਮੇਰੇ ਮਾਲਕ ਜੀ, ਆਪਣੀ ਬਖਸ਼ਿਸ਼ ਕਰਕੇ ਇਸ ਜੀਵ ਨੂੰ ਰੱਖ ਲਵੋ, ਕਿਉਂਕਿ ਅਖੀਰ ਰੱਖਣ ਵਾਲੇ ਤੇ ਤੁਸੀਂ ਹੀ ਹੋ। ਤੁਹਾਡੇ ਤੋਂ ਬਿਨਾ ਕੌਣ ਰਖਵਾਲਾ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਕਾ ਟਾਕਾ ਅੰਤਰ ਜਾਮੀ। ਸਗਲ ਆਪਾਂ ਵੀ ਇਹ ਅਰਦਾਸ ਕਰਨੀ ਹੈ ਕਿ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਅੱਗੇ ਉਹ ਸ਼ਬਦ ਹੈ, ਉਹ ਪਦ ਹੈ ਜੋ ਆਪਾਂ ਰੋਜ਼ਾਨਾ ਹੀ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ। ਇਹਦੇ 'ਚ ਅਕਸਰ ਕੁਝ ਗਲਤੀਆਂ ਵੀ ਆਪਾਂ ਕਰ ਦਿੰਦੇ ਹਾਂ। ਮਹਾਰਾਜ ਕਹਿੰਦੇ ਤੂੰ ਠਾਕੁਰ ਤੁਮ ਪੈ ਅਰਦਾਸ। ਸਭ ਤੋਂ ਪਹਿਲੀ ਗਲਤੀ ਆਪਾਂ ਇਹ ਬਚਨ ਪੜ੍ਹਦੇ ਹਾਂ, ਕਈ ਵਾਰ ਅਕਸਰ ਕੁਝ ਕਰ ਦਿੰਦੇ ਹਨ। ਤੂੰ ਠਾਕੁਰ ਹੈ, ਉਹ ਤੁਮ ਠਾਕੁਰ ਬੋਲ ਦਿੰਦੇ ਹਨ। ਸ਼ੁੱਧ ਪੜ੍ਹਨਾ ਹੈ। ਇੱਥੇ ਹੈ ਤੂੰ ਠਾਕੁਰ ਤੁਮ ਪੈ ਅਰਦਾਸ। ਠਾਕੁਰ ਦਾ ਅਰਥ ਹੈ ਮਾਲਕ। ਹੇ ਵਾਹਿਗੁਰੂ ਜੀ, ਤੁਸੀਂ ਮਾਲਕ ਹੋ। ਤੁਹਾਡੇ ਅੱਗੇ ਸਾਡੀ ਅਰਦਾਸ ਬੇਨਤੀ ਹੈ, ਰਿਕੁਐਸਟ ਹੈ। ਜੀਓ ਪਿੰਡ ਸਭ ਤੇਰੀ ਰਾਸ। ਜੀਓ ਦਾ ਮਤਲਬ ਹੈ ਸਾਡੀ ਜਿੰਦ, ਆਤਮਾ, ਅੰਦਰ ਦੀ ਰੂਹ। ਤੁਹਾਡੀ ਬਖਸ਼ੀ ਹੈ ਸਾਡੀ ਆਤਮਾ। ਕੋਈ ਅਸੀਂ ਆਪ ਖਰੀਦ ਕੇ ਇਸ ਸਰੀਰ ਦੇ ਅੰਦਰ ਆਤਮਾ ਨੂੰ ਨਹੀਂ ਵਸਾਇਆ। ਜਿੰਦ ਆਤਮਾ ਤੁਹਾਡੀ ਦਿੱਤੀ ਹੈ। ਪਿੰਡ ਦਾ ਮਤਲਬ ਹੈ ਸਰੀਰ। ਇਹ ਜਿਹੜਾ ਸਰੀਰ ਹੈ ਇਹ ਵੀ ਤੁਹਾਡਾ ਦਿੱਤਾ ਹੈ। ਜੀਓ ਪਿੰਡ ਸਭ ਤੇਰੀ ਰਾਸ। ਤੇ ਰਾਸ ਦਾ ਮਤਲਬ ਹੈ ਆ ਬਾਹਰ ਦੀਆਂ ਜਿੰਨੀਆਂ ਚੀਜ਼ਾਂ ਸਾਡੀ ਵਰਤੋਂ ਵਿਹਾਰ ਦੀਆਂ ਚੀਜ਼ਾਂ ਨੇ, ਉਹ ਭਾਵੇਂ ਖਾਣ ਦੇ ਲਈ, ਭੋਜਨ ਪਹਿਨਣ ਦੇ ਲਈ, ਕੱਪੜਾ, ਆਣ ਜਾਣ ਦੇ ਆਵਾਜਾਈ ਦੇ ਸਾਧਨ, ਜੋ ਕੁਝ ਵੀ ਬਾਹਰ ਦੀ ਆਲ ਥਿੰਗਸ ਹੈ। ਮਹਾਰਾਜ ਕਹਿੰਦੇ ਸਭ ਤੇਰੀ ਰਾਸ। ਹੈ ਮੇਰੇ ਮਾਲਕ ਜੀ, ਸਾਰੀਆਂ ਇਹ ਵਸਤੂਆਂ ਤੁਹਾਡੀਆਂ ਹੀ ਦਿੱਤੀਆਂ ਹੋਈਆਂ ਨੇ। ਸਰੀਰ ਵੀ ਤੁਹਾਡਾ, ਸਰੀਰ 'ਚ ਵਸਦੀ ਆਤਮਾ, ਰੂਹ ਵੀ ਤੁਹਾਡੀ, ਤੇ ਆ ਬਾਹਰ ਦੇ ਲੋੜ ਦੇ ਜਿੰਨੇ ਸਾਧਨ ਪਦਾਰਥ ਵਸਤੂਆਂ ਉਹ ਵੀ ਤੁਹਾਡੀਆਂ ਦਿੱਤੀਆਂ ਹੋਈਆਂ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਸੀਂ ਸਾਡੇ ਮਾਤਾ ਹੋ, ਤੁਸੀਂ ਸਾਡੇ ਪਿਤਾ ਹੋ, ਅਸੀਂ ਤੁਹਾਡੇ ਬੱਚੇ ਹਾਂ। ਤੁਮ ਦਾਤੇ ਠਾकुर ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ।
ਅਸੀਂ ਬੱਚੇ ਤੁਹਾਡੇ ਹੀ ਸਹਾਰੇ ਹਾਂ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਅਸੀਂ ਉਸ ਵਾਹਿਗੁਰੂ ਦੇ ਬੱਚੇ ਹਾਂ। ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਮਹਾਰਾਜ ਕਹਿੰਦੇ ਹੈ ਵਾਹਿਗੁਰੂ ਜੀ, ਆਪ ਸਾਡੇ ਸਭ ਦੇ ਸਾਂਝੇ ਪਿਤਾ ਹੋ। ਪਿਤਾ ਵੀ ਹੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਪਿਤਾ ਵੀ ਸਾਡੇ ਤੁਸੀਂ, ਮਾਂ ਵੀ ਤੁਸੀਂ, ਸਾਡੇ ਮਿੱਤਰ ਸਖਾ ਰਿਲੇਟਿਵ ਵੀ ਤੁਸੀਂ, ਰਿਸ਼ਤੇਦਾਰ ਵੀ ਸਾਡੇ ਤੁਸੀਂ ਹੋ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਹੇ ਮੇਰੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਵਿੱਚ ਬੇਅੰਤ ਸੁੱਖ ਹਨ, ਤੇ ਜਿੰਨੇ ਵੀ ਅਸੀਂ ਆਪਣੀ ਜ਼ਿੰਦਗੀ 'ਚ ਸੁੱਖ ਮਾਣ ਰਹੇ ਹਾਂ, ਅਸਲ ਦੇ ਵਿੱਚ ਉਹ ਤੁਹਾਡੀ ਕਿਰਪਾ ਬਖਸ਼ਿਸ਼ ਰਹਿਮਤ 'ਚੋਂ ਮਿਲੇ ਹੋਏ ਸੁੱਖ ਹੀ ਹਨ, ਜੋ ਅਸੀਂ ਨਿਰੰਤਰ ਭੋਗਦੇ ਹਾਂ। ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਏ ਨਾ ਜਾਣੈ ਤੁਮਰਾ ਅੰਤ। ਇਹ ਵਾਹਿਗੁਰੂ ਜੀ, ਤੁਸੀਂ ਕਿੰਨੇ ਵੱਡੇ, ਕਿੰਨੇ ਬੇਅੰਤ ਹੋ, ਕਿੰਨੀ ਤਾਕਤ ਪਾਵਰ ਦੇ ਮਾਲਕ ਹੋ, ਕੋਈ ਨਹੀਂ ਜਾਣਦਾ ਹੈ। ਕੋਏ ਨਾ ਜਾਣੈ ਤੁਮਰਾ ਅੰਤ। ਤੁਹਾਡਾ ਕਿੱਥੇ ਆਦ ਹੈ, ਕਿੱਥੇ ਤੁਹਾਡਾ ਅੰਤ ਸਮਾਪਤੀ ਹੈ, ਕੋਈ ਨਹੀਂ ਜਾਣਦਾ ਹੈ। ਰੋਜ਼ ਆਪਾਂ ਜਪਜੀ ਸਾਹਿਬ 'ਚ ਵੀ ਪੜ੍ਹਦੇ ਹਾਂ, ਜਿੱਥੇ ਮਹਾਰਾਜ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ। ਜਿੰਨੀਆਂ ਮਰਜੀ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਰਹੀਏ ਨਾ, ਸਾਰੀਆਂ ਸਿਫਤਾਂ ਨਹੀਂ ਕੀਤੀਆਂ ਜਾ ਸਕਦੀਆਂ। ਕਿਆ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਕਾਰ, ਅੰਤ ਨਾ ਜਾਪੈ ਪਾਰਾਵਾਰ। ਮਹਾਰਾਜ ਕਹਿੰਦੇ ਕਿਸੇ ਪੱਖ ਤੋਂ ਵੀ ਵਾਹਿਗੁਰੂ ਦਾ ਕੋਈ ਅੰਤ ਨਹੀਂ। ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਜਿੰਨਾ ਉਹਨੂੰ ਵੱਡਾ ਕਵਾਂਗੇ, ਬੇਅੰਤ ਕਵਾਂਗੇ, ਓਨੀਆਂ ਉਹਦੀਆਂ ਹੋਰ ਵੱਡੀਆਂ ਤੋਂ ਵੱਡੀਆਂ ਵਡਿਆਈਆਂ ਦੀ ਸਮਝ ਪਵੇਗੀ। ਸੋ ਮਹਾਰਾਜ ਕਹਿੰਦੇ ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਊਚਾ ਭਗਵੰਤ। ਦੂਜੀ ਗਲਤੀ ਅਕਸਰ ਸੰਗਤ 'ਚ ਪੜ੍ਹਦਿਆਂ ਹੋਇਆਂ ਇੱਥੇ ਕੀਤੀ ਜਾਂਦੀ ਹੈ। ਪੰਕਤੀ ਹੈ ਉੱਚੇ ਤੇ ਊਚਾ ਭਗਵੰਤ, ਪਰ ਕਈ ਵਾਰ ਪੜ੍ਹਨ ਵਾਲੇ ਤੇ ਦੀ ਜਗ੍ਹਾ ਤੇ ਸੇ ਪੜ੍ਹ ਦਿੰਦੇ ਹਨ। ਉੱਚੇ ਸੇ ਊਚਾ ਭਗਵੰਤ ਬੋਲ ਦਿੰਦੇ। ਨਹੀਂ, ਸ਼ੁੱਧ ਉਚਾਰਨ ਕਰਨਾ ਹੈ ਉੱਚੇ ਤੇ ਊਚਾ ਭਗਵੰਤ। ਮਹਾਰਾਜ ਕਹਿੰਦੇ ਵਾਹਿਗੁਰੂ ਜੀ, ਕੋਈ ਤੁਹਾਡਾ ਅੰਤ ਨਹੀਂ ਜਾਣਦਾ, ਆਪ ਉੱਚਿਆਂ ਤੋਂ ਵੀ ਉੱਚੇ ਹੋ। ਹੇ ਭਗਵੰਤ, ਹੇ ਪਰਮੇਸ਼ਰ ਅਕਾਲ ਪੁਰਖ ਜੀ, ਆਪ ਸਭ ਤੋਂ ਉੱਚੇ ਹੋ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਜੋ ਵੀ ਸੰਸਾਰ ਹੈ, ਸੰਸਾਰ ਦੇ ਪਦਾਰਥ ਨੇ, ਖੰਡ ਬ੍ਰਹਿਮੰਡ ਹਨ, ਸਭ ਤੁਹਾਡੀ ਸੱਤਾ ਤਾਕਤ ਸਦਕਾ ਹੀ ਟਿਕੇ ਹੋਏ ਹਨ। ਭਾਵ ਇਹ ਜਿੰਨੀ ਬ੍ਰਹਿਮੰਡ ਦੀ, ਕੁਦਰਤ ਦੀ, ਜੀਵਨ ਦੀ ਖੇਡ ਚੱਲ ਰਹੀ ਹੈ, ਸਭ ਤੁਹਾਡੇ ਵੱਲੋਂ ਪਰੋਏ ਹੋਏ ਇੱਕ ਸੂਤਰ ਦੇ ਵਿੱਚ ਹੀ ਸਾਰੀ ਦੀ ਸਾਰੀ ਖੇਡ ਚੱਲ ਰਹੀ। ਇਹਨੂੰ ਗੁਰੂ ਮਹਾਰਾਜ ਬਾਣੀ 'ਚ ਇਦਾਂ ਵੀ ਕਹਿੰਦੇ ਹਨ ਕਿ ਸਾਰਾ ਕੁਝ ਰੱਬ ਦੇ ਡਰ 'ਚ, ਭੈ 'ਚ ਜਾਂ ਇੱਕ ਸਿਸਟਮ ਦੇ ਵਿੱਚ ਚੱਲ ਰਿਹਾ ਹੈ। ਸਾਡਾ ਸਰੀਰ ਵੀ ਉਹਦੇ ਬਣਾਏ ਹੋਏ ਸਿਸਟਮ ਦੇ ਵਿੱਚ ਹੀ ਚੱਲ ਰਿਹਾ। ਸਾਨੂੰ ਸਾਹ ਲੈਣਾ ਨਹੀਂ ਪੈਂਦਾ, ਆਪੇ ਹੀ ਸਾਹ ਚੱਲਦਾ। ਸਾਡੇ ਖੂਨ ਦਾ ਸਰਕਲ ਸਾਨੂੰ ਚਲਾਉਣਾ ਨਹੀਂ ਪੈਂਦਾ ਹੈ। ਉਹਨੇ ਵਾਹਿਗੁਰੂ ਨੇ ਸਿਸਟਮ ਹੀ ਐਸਾ ਬਣਾ ਦਿੱਤਾ ਹੈ ਕਿ ਇਹ ਆਪਣੇ ਆਪ ਚੱਲ ਰਿਹਾ ਹੈ। ਸੂਰਜ ਦੁਆਲੇ ਧਰਤੀ ਚੱਕਰ ਲਗਾ ਰਹੀ, ਗ੍ਰਹਿ ਚੱਕਰ ਲਗਾ ਰਹੇ ਨੇ, ਧਰਤੀ ਦੁਆਲੇ ਚੰਦਰਮਾ ਚੱਕਰ ਲਗਾ ਰਿਹਾ ਹੈ। ਉਹ ਵਾਹਿਗੁਰੂ ਦੇ ਬਣਾਏ ਹੋਏ ਸਿਸਟਮ ਦੇ ਵਿੱਚ ਹੀ ਸਾਰੀ ਦੀ ਸਾਰੀ ਇਹ ਬ੍ਰਹਿਮੰਡ ਦੀ ਜਿੰਨੀ ਯੂਨੀਵਰਸਲ ਦੀ ਸਾਰੀ ਖੇਡ ਹੈ, ਇਹ ਚੱਲ ਰਹੀ ਹੈ। ਇਹਨੂੰ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਭੈ ਵਿੱਚ ਪਵਨ ਵਹੈ ਸਦ ਵਾਉ। ਆ ਜਿਹੜੀ ਹਵਾ ਚੱਲਦੀ, ਇਹ ਵੀ ਵਾਹਿਗੁਰੂ ਦੀ ਬਣਾਈ ਮਰਿਆਦਾ ਤੇ ਵਾਹਿਗੁਰੂ ਦੇ ਡਰ ਭੈ 'ਚ ਚੱਲ ਰਹੀ ਹੈ। ਭੈ ਵਿੱਚ ਪਵਨ ਵਹੈ ਸਦ ਵਾਉ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਅੱਗੇ ਚੱਲ ਕੇ ਮਹਾਰਾਜ ਕਹਿੰਦੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਸੂਰਜ ਵੀ ਉਹਦੇ ਬਣਾਏ ਹੋਏ ਡਰ ਭੈ ਤੇ ਸਿਸਟਮ ਦੇ ਵਿੱਚ ਹੈ, ਚੰਦਰਮਾ ਵੀ, ਧਰਤੀ ਵੀ, ਸਾਰਾ ਕੁਝ ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਗੁਰੂ ਸਾਹਿਬ ਕਹਿੰਦੇ ਹੈ ਵਾਹਿਗੁਰੂ ਜੀ, ਜੋ ਤੁਸੀਂ ਸਾਜਿਆ ਬਣਾਇਆ ਹੈ ਉਹ ਤੁਹਾਡਾ ਆਗਿਆਕਾਰੀ ਹੈ। ਕਿਸੇ ਹੋਰ ਦੇ ਲਈ ਉਹ ਜਵਾਬਦੇਹ ਨਹੀਂ ਹੈ।
ਉਹ ਤੁਹਾਡੀ ਆਗਿਆ ਦੇ ਵਿੱਚ ਚੱਲਦਾ ਹੈ ਤੇ ਜਿਵੇਂ ਤੁਸੀਂ ਨਿਯਮ ਬਣਾਇਆ ਉਸੇ ਤਰ੍ਹਾਂ ਉਹ ਸਾਰਾ ਕੁਝ ਚੱਲ ਰਿਹਾ ਹੈ। ਅਖੀਰ 'ਚ ਫਿਰ ਪਾਤਸ਼ਾਹ ਕਹਿੰਦੇ ਤੁਮਰੀ ਗਤ ਮਿਤ ਤੁਮ ਹੀ ਜਾਣੀ। ਹੇ ਵਾਹਿਗੁਰੂ ਜੀ, ਤੁਹਾਡੀ ਗਤ ਮਿਤ ਵਡਿਆਈ ਹੁਕਮ ਸਿਸਟਮ ਨਿਯਮ ਤਾਕਤ ਨੂੰ ਕੇਵਲ ਤੁਸੀਂ ਹੀ ਜਾਣਦੇ ਹੋ, ਕੋਈ ਦੂਜਾ ਨਹੀਂ ਜਾਣਦਾ ਹੈ। ਤੁਮਰੀ ਗਤ ਮਿਤ ਤੁਮ ਹੀ ਜਾਣੀ। ਸਾਡੇ ਲਈ ਕੀ ਹੈ ਨਾਨਕ ਦਾਸ ਸਦਾ ਕੁਰਬਾਨੀ। ਅਸੀਂ ਤਾਂ ਹਮੇਸ਼ਾ ਤੁਹਾਡੇ ਤੋਂ ਕੁਰਬਾਨ ਬਲਿਹਾਰ ਜਾ ਸਕਦੇ ਹਾਂ, ਤੁਹਾਡਾ ਅੰਤ ਨਹੀਂ ਪਾ ਸਕਦੇ ਹਾਂ। ਜਿੰਨੀਆਂ ਮਰਜ਼ੀ ਅਸੀਂ ਵਡਿਆਈਆਂ ਵਾਹਿਗੁਰੂ ਦੀਆਂ ਕਰੀਏ, ਅੰਤ ਨਹੀਂ ਪਾਇਆ ਜਾ ਸਕਦਾ। ਪਰ ਅਸੀਂ ਫਿਰ ਵੀ ਵਡਿਆਈ ਤੇ ਸਿਫਤ ਸਲਾਹ ਕਰਨੀ ਹੈ। ਉਹਦਾ ਕਾਰਨ ਕੀ ਹੈ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਵੋ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਏ। ਸਾਡੀ ਸਿਫਤ ਸਲਾਹ ਦਾ ਮਨੋਰਥ, ਬਾਣੀ ਪੜ੍ਹਨ ਦਾ ਮਨੋਰਥ ਇੱਕ ਤੇ ਆਪਣੇ ਜੀਵਨ ਨੂੰ ਸਵਾਰਨਾ, ਆਪਣੇ ਸਮਾਜ ਨੂੰ ਸਵਾਰਨਾ ਹੈ। ਦੂਜੇ ਨੰਬਰ ਤੇ ਆ ਕਿ ਅਸੀਂ ਉਸ ਪਰਮੇਸ਼ਰ ਰੂਪੀ ਮੰਜ਼ਿਲ ਤੱਕ ਕਿੱਦਾਂ ਪਹੁੰਚ ਸਕਦੇ ਹਾਂ। ਸਾਡਾ ਆਇਆ ਸਫਲ ਜੀਵਨ ਸਫਲ ਕਿੱਦਾਂ ਬਣ ਸਕਦਾ ਹੈ? ਕਿਤ ਦੁਆਰਾ ਪਾਈ ਹੈ। ਉਹਦੀ ਫਿਰ ਗੁਰੂ ਨੇ ਸਿੱਖਿਆ ਇਹੀ ਦਿੱਤੀ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਆਪਣਾ ਤਨ ਮਨ ਧਨ ਸਾਰਾ ਕੁਝ ਗੁਰੂ ਨੂੰ ਸਮਰਪਿਤ ਕਰ, ਕਿਉਂਕਿ ਇਹ ਹੈ ਹੀ ਮਾਲਕ ਦਾ ਹੈ, ਵਾਹਿਗੁਰੂ ਦਾ ਹੀ ਹੈ। ਅਸੀਂ ਤੇ ਐਵੇਂ ਅਗਿਆਨਤਾ ਕਰਕੇ ਮੈਂ ਮੇਰੀ 'ਚ ਫਸ ਜਾਂਦੇ ਹਾਂ। ਸਚਾਈ ਇਹ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ। ਸਤਿਗੁਰੂ ਮੇਰ ਕਰਨ। ਸੁਖਮਨੀ ਸਾਹਿਬ ਬਾਣੀ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਜੀਵਨ ਦੇ ਬਹੁ ਪੱਖਾਂ ਦੇ ਉਪਦੇਸ਼ ਸਾਨੂੰ ਬਖਸ਼ਦੇ ਹੋਏ ਤੇ ਚੰਗੇ ਰਾਹ ਤੇ ਤੁਰਨ, ਬੁਰਾਈਆਂ ਨੂੰ ਤਿਆਗਣ, ਚੰਗਿਆਈਆਂ ਨੂੰ ਧਾਰਨ ਕਰਨ ਔਰ ਨਾਮ ਬਾਣੀ ਤੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ 'ਚ ਜੁੜਨ ਦਾ ਲਗਾਤਾਰ ਉਪਦੇਸ਼ ਬਖਸ਼ ਰਹੇ ਨੇ। ਮਹਾਰਾਜ ਮਿਹਰ ਕਰਨ। ਇਹ ਉਪਦੇਸ਼ ਜਿੱਥੇ ਆਪਾਂ ਲਗਾਤਾਰ ਸੁਣਦੇ ਹਾਂ ਉੱਥੇ ਮਨ 'ਚ ਵਸਾਈਏ, ਜੀਵਨ 'ਚ ਕਮਾਈਏ। ਸਾਡਾ ਪੜ੍ਹਿਆ ਸੁਣਿਆ ਗਾਵਿਆ ਵਿਚਾਰਿਆ ਸਫਲ ਹੋਵੇ।